ABC बुलेटिन ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਅੱਜ ਦੀਆਂ ਮੁੱਖ ਖਬਰਾਂ ਕੀ ਨੇ, ਇੱਕ-ਇੱਕ ਕਰਕੇ ਵਿਸਥਾਰ ਦੇ ਨਾਲ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਪਹਿਲੀ ਖਬਰ ਤੇ ਨਜ਼ਰ ਮਾਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗੱਲ ਦਾ ਦਾਅਵਾ ਕੀਤਾ ਹੈ ਜਿਸ ਵਿੱਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ। SGPC ਨੂੰ ਇਹ ਹਦਾਇਤ ਵੀ ਦਿੱਤੀ ਗਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪਿਛਲੇ ਸਾਲ, ਜਿਸ ਵਿੱਚ ਕਿਹਾ ਗਿਆ ਸੀ ਕਿ SGPC ਨੂੰ ਇੱਕ ਅਜਿਹਾ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈ ਜਿਸ ਵਿੱਚ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਸਕੇ ਆਪਣੇ ਪੱਧਰ ਦੇ ਉੱਤੇ ਔਰ ਆਪਣੇ ਹੀ ਬਜਟ ਦੇ ਵਿੱਚੋਂ ਖਰਚ ਹੋਣਾ ਚਾਹੀਦਾ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਜ਼ੇ ਬਿਆਨ ਤੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਸਰਕਾਰ, ਮੌਜੂਦਾ ਧਿਰ ਹੈ ਜਿਹੜੀ ਸੱਤਾ ਧਿਰ ਆਮ ਆਦਮੀ ਪਾਰਟੀ ਸਰਕਾਰ, ਉਹ ਚਾਹੁੰਦੀ ਹੈ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਕਿਸੇ ਖਾਸ ਇੱਕ ਚੈਨਲ ਦੇ ਕੋਲ ਉਸ ਦੇ ਅਧਿਕਾਰ ਨਾ ਹੋਣ। ਹਾਲਾਂਕਿ ਜਿਹੜੇ ਵੀ ਗੁਰਬਾਣੀ ਦਾ ਪ੍ਰਸਾਰਣ ਚੈਨਲ ਕਰਨਾ ਚਾਹੁੰਦੇ ਨੇ ਸਾਰਿਆਂ ਨੂੰ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਤੇ ਟਵੀਟ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਲਿਖਿਆ ਗਿਆ ਕਿ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ। ਨਾਲ ਹੀ ਇਹ ਵੀ ਲਿਖਿਆ ਗਿਆ ਕਿ ਸਾਂਝੀਵਾਲਤਾ ਦੀ ਪ੍ਰਤੀਕ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਗਏ ਨੇ। ਪੰਜਾਬ ਸਰਕਾਰ ਅਤੀ ਆਧੁਨਿਕ ਉਪਕਰਨਾਂ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ, ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਆਨੰਦਮਈ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਨਾਲ ਲੋਕ ਆਪਣੇ TV ਸੈੱਟ ਜਾਂ ਹੋਰ ਉਪਕਰਨਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਵੀ ਕਰ ਸਕਦੇ ਨੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਾਰੇ ਚੈਨਲਾਂ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਲਈ ਹਾਈਟੈਕ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ। ਇਸ ਮਸਲੇ ਦੇ ਵਿੱਚ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ ਤੋਂ ਕੋਨੇ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਔਰ ਇਸ ਦੇ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ। ਹਰ ਚੈਨਲ ਨੂੰ ਮੁਫਤ ਪ੍ਰਸਾਰਣ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਭਗਵੰਤ ਮਾਨ ਨੇ ਇਹ ਵੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪ੍ਰਸਾਰਿਤ ਕਰਨ ਦੇ ਲਈ ਜਿੰਨਾ ਵੀ ਆਧੁਨਿਕ ਕੈਮਰਿਆਂ ਦੀ ਲੋੜ ਹੋਵੇ, ਹੋਰ ਉਪਕਰਨਾਂ ਦੀ ਲੋੜ ਹੋਵੇ, ਸਾਰੇ ਦਾ ਸਾਰਾ ਖਰਚਾ ਚੱਕਣ ਦੇ ਲਈ ਤਿਆਰ ਹੈ। ਦੂਜੀ ਖਬਰ ਜੁੜੀ ਹੈ ਸਿਆਸਤਦਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ। ਬਿਕਰਮ ਸਿੰਘ ਮਜੀਠੀਆ ਦੇ ਇੱਕ ਕੇਸ ਦੇ ਵਿੱਚ ਸਿੱਟ ਜਿਹੜੀ ਜਾਂਚ ਕਰ ਰਹੀ ਸੀ, ਵਿਸ਼ੇਸ਼ ਜਾਂਚ ਟੀਮ, ਉਸ ਸਿੱਟ ਦਾ ਮੁਖੀ ਬਦਲ ਦਿੱਤਾ ਗਿਆ। ਮੁਖੀ IG ਰੇਂਜ ਪਟਿਆਲਾ ਦੇ ਮੁਖਵਿੰਦਰ ਸਿੰਘ ਸ਼ੀਨਾ ਨੂੰ ਲਗਾਇਆ ਗਿਆ ਔਰ ਇੱਕ ਚਿੱਠੀ ਵੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਅਧਿਕਾਰਤ ਤੌਰ ਦੇ ਉੱਤੇ ਸਰਕਾਰ ਵੱਲੋਂ, ਜਿਸ ਦੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਕੀਤੇ ਗਏ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੀ ਜਗ੍ਹਾ ਹੁਣ ਨਵੀਂ ਸਿੱਟ ਦਾ ਗਠਨ ਇਸ ਨੂੰ ਕਹਿ ਸਕਦੇ ਹਾਂ। IG ਮੁਖਵਿੰਦਰ ਸਿੰਘ ਸ਼ੀਨਾ ਇਸ ਨਵੀਂ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨਗੇ। ਹਾਲਾਂਕਿ ਸਿਰਫ ਇਸ ਦਾ ਮੁਖੀ ਹੀ ਨਹੀਂ ਬਦਲਿਆ ਗਿਆ, ਜਦਕਿ ਬਾਕੀ ਸਾਰੇ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਬਦਲਿਆ ਗਿਆ। ਨਵੀਂ ਜਾਂਚ ਟੀਮ ਦਾ ਗਠਨ ਪੰਜਾਬ ਸਰਕਾਰ ਦੀ ਪ੍ਰਵਾਨਗੀ ਦੇ ਨਾਲ ਕੀਤਾ ਗਿਆ। ਇੱਥੇ ਇੱਕ ਗੱਲ ਇਹ ਵੀ ਸਪਸ਼ਟ ਹੈ ਕਿ 20 ਦਸੰਬਰ 2021 ਨੂੰ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮਈ ਤੇ ਅਗਸਤ 2022 ਨੂੰ ਦਫ਼ਤਰੀ ਹੁਕਮਾਂ ਦੇ ਆਧਾਰ ਤੇ ਹੁਣ ਇਸ ਮਾਮਲੇ ਦੀ ਜਾਂਚ ਲਈ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ, ਜਿਸ ਦੀ ਅਗਵਾਈ ਪਟਿਆਲਾ IG ਰੇਂਜ ਮੁਖਵਿੰਦਰ ਸਿੰਘ ਸ਼ੀਨਾ ਕਰਨਗੇ। ਪੰਜਾਬ ਦੇ DGP ਨੇ ਇਸ ਸੰਬੰਧੀ ਵਿੱਚ ਹੁਕਮ ਜਾਰੀ ਕਰ ਦਿੱਤੇ ਨੇ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ S ਦੀ ਥਾਂ MS ਸ਼ੀਨਾ IPS ਅਧਿਕਾਰੀ ਨੇ ਜਿਹੜੇ ਉਹ ਹੁਣ ਇਸ ਦੀ ਅਗਵਾਈ ਕਰਨਗੇ ਤੇ ਵਿਸ਼ੇਸ਼ ਜਾਂਚ ਟੀਮ ਦੇ ਬਾਕੀ ਸਾਰੇ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ। ਤੇ ਇਸ ਮਸਲੇ ਦੇ ਵਿੱਚ DIG ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, PPS ਰਘਬੀਰ ਸਿੰਘ ਤੇ ਅਮਰਪ੍ਰੀਤ ਸਿੰਘ DSP ਖਰੜ ਸ਼ਾਮਲ ਕੀਤੇ ਗਏ ਨੇ। ਔਰ ਇਸ ਮਸਲੇ ਦੇ ਵਿੱਚ ਹੁਣ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਜਾਂ ਫਿਰ ਪੰਜਾਬ ਸਰਕਾਰ ਨੂੰ ਅਜਿਹੀ ਕਿਹੜੀ ਗੱਲ ਦਾ ਖਦਸ਼ਾ ਹੋਇਆ ਕਿ ਸਿੱਟ ਨਵੀਂ ਗਠਿਤ ਕਰਨ ਦੀ ਗੱਲ ਕਹਿ ਲਈਏ ਜਾਂ ਸਿੱਟ ਦਾ ਮੁਖੀ ਬਦਲਣ ਦੀ ਗੱਲ ਕਹਿ ਲਈਏ, ਫੈਸਲਾ ਲੈਣਾ ਪਿਆ, ਕਦਮ ਚੁੱਕਣਾ ਪਿਆ। ਅਜਿਹੀ ਕਿਹੜੀ ਇਨਪੁਟ ਮਿਲੀ ਹੈ ਸਰਕਾਰ ਨੂੰ ਕਿ ਹੁਣ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਇਹ ਜਾਂਚ ਅੱਗੇ ਤੁਰੇਗੀ। ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜੇ ਅਜਿਹੇ ਕੇਸ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਵਾਲ ਖੜੇ ਕਰਦੇ ਨੇ ਕਿ ਨਸ਼ਾ ਤਸਕਰਾਂ ਦੀ ਮਦਦ ਕੀਤੀ ਗਈ ਜਾਂ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਗਿਆ, ਉਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਤੇ ਉੱਥੋਂ ਰਾਹਤ ਵੀ ਹੈ ਜਿਹੜੀ ਹਾਲ ਦੀ ਘੜੀ ਮਿਲੀ ਹੋਈ ਹੈ। ਬਿਕਰਮ ਸਿੰਘ ਮਜੀਠੀਆ ਨੇ ਇੱਕ ਕੇਸ ਦੇ ਵਿੱਚ ਜੇਲ੍ਹ ਵੀ ਆ ਜਿਹੜੀ ਕੱਟੀ ਹੈ, ਪਟਿਆਲਾ ਜੇਲ੍ਹ ਦੇ ਅੰਦਰ ਉਹ ਰਹੇ ਔਰ ਉਸ ਤੋਂ ਬਾਅਦ ਹੁਣ ਜਿਹੜੀ ਇਹ ਨਵੀਂ ਸਿੱਟ ਜਾਂ ਸਿੱਟ ਦੇ ਮੁਖੀ ਜਿਹੜੇ ਬਦਲੇ ਗਏ ਨੇ, ਇਸ ਦੇ ਨਤੀਜੇ ਕੀ ਨਿਕਲਣਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਅਗਲੀ ਖਬਰ ਜੁੜੀ ਹੈ ਸਿਆਸਤ ਦੇ ਨਾਲ ਹੀ। ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਲੇ
ਜਿਹੜੀ ਇੱਕ ਟਸਲ ਚੱਲ ਰਹੀ ਹੈ, ਖਾਸ ਕਰਕੇ ਨੈਸ਼ਨਲ ਕੈਪੀਟਲ ਸਰਵਿਸਿਜ਼ ਦੇ ਜਿਹੜੇ ਬਹਾਨੇ ਇੱਕ ਅਧਿਕਾਰ ਆ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ, ਜਿਸ ਦੇ ਵਿੱਚ ਗਵਰਨਰ ਦੇ ਕੋਲ ਸਾਰੀਆਂ ਸ਼ਕਤੀਆਂ ਦੇਣ ਦੀ ਗੱਲ ਆਖੀ ਗਈ ਹੈ ਕੇਂਦਰ ਦੇ ਵੱਲੋਂ, ਜਿਸ ਦੇ ਵਿੱਚ ਦਿੱਲੀ ਦੇ ਅੰਦਰ ਜਿੰਨੀਆਂ ਅਧਿਕਾਰੀਆਂ ਦੇ ਤਬਾਦਲਿਆਂ ਦੀ ਤਾਇਨਾਤੀ ਦੀ ਗੱਲ ਹੋਵੇਗੀ ਉਹ ਸਾਰੀ ਦੀ ਸਾਰੀ ਹੁਣ ਗਵਰਨਰ ਕਰਨਗੇ। ਇਸ ਬਾਰੇ ਇੱਕ ਆਰਡੀਨੈਂਸ ਜਾਰੀ ਹੁੰਦਾ, ਇਸ ਦੇ ਉੱਤੇ ਕਾਫੀ ਕੁਝ ਵਿਵਾਦ ਖੜਾ ਹੋ ਗਿਆ। ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਇਸ ਗੱਲ ਦੀ ਨਿਖੇਧੀ ਕਰਦਿਆਂ ਹੋਇਆਂ ਕਿ ਫਿਰ 30-31 ਜਿਹੜੇ ਗਵਰਨਰ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਇਕੱਲੇ ਹੀ ਦੇਸ਼ ਨੂੰ ਚਲਾ ਲੈਣ, ਕਰੋੜਾਂ ਰੁਪਈਆ ਚੋਣਾਂ ਦੇ ਉੱਤੇ ਖਰਚ ਕਰਨ ਦੀ ਕੀ ਲੋੜ ਹੈ। ਇਸ ਤਰ੍ਹਾਂ ਦੀ ਗੱਲ ਵੀ ਮੁੱਖ ਮੰਤਰੀ ਨੇ ਕਹੀ। ਔਰ ਇਸ ਮਸਲੇ ਦੇ ਵਿੱਚ ਹੁਣ ਜਿੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰੇ ਨੇ, ਔਰ ਇਹ ਵੀ ਗੱਲ ਹੈ ਕਿ ਮਮਤਾ ਬੈਨਰਜੀ ਨਾਲ ਵੀ ਮਿਲਿਆ ਜਾਵੇਗਾ ਅਰਵਿੰਦ ਕੇਜਰੀਵਾਲ ਵੱਲੋਂ ਇਸ ਮਸਲੇ ਤੇ ਸਾਡਾ ਸਾਥ ਦਿਓ, ਔਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਉਹਨਾਂ ਦਾ ਇਸ ਮਸਲੇ 'ਚ ਸਾਥ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਸਪਸ਼ਟ ਸਟੈਂਡ ਕੀਤਾ ਇਸ ਮਸਲੇ ਦੇ ਉੱਤੇ। ਉਹਨਾਂ ਨੇ ਜਿਹੜਾ ਸਟੈਂਡ ਸਪਸ਼ਟ ਕੀਤਾ ਉਸ ਦੇ ਵਿੱਚ ਇਹ ਗੱਲ ਆਖੀ ਹੈ, ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਹੋਇਆਂ ਕਿ ਸਰਾਸਰ ਇਹ ਧੱਕਾ ਹੈ, ਗੈਰ ਸੰਵਿਧਾਨਿਕ ਹੈ, ਇਹ ਸੰਵਿਧਾਨ ਦੇ ਉਲਟ ਹੈ, ਇਸ ਤਰ੍ਹਾਂ ਕੇਂਦਰ ਨੂੰ ਆਰਡੀਨੈਂਸ ਪਾਸ ਨਹੀਂ ਸੀ ਕਰਨਾ ਚਾਹੀਦਾ। ਹਾਲਾਂਕਿ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਸੀ, ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੀ ਆਮ ਆਦਮੀ ਪਾਰਟੀ ਨੂੰ ਹੱਕ ਰਾਖਵਾਂ ਮਿਲਿਆ ਸੀ ਕਿ ਸਰਕਾਰ ਜੇਕਰ ਆਮ ਆਦਮੀ ਪਾਰਟੀ ਦੀ ਚੁਣੀ ਗਈ ਹੈ ਦਿੱਲੀ ਦੇ ਲੋਕਾਂ ਵੱਲੋਂ, ਤਾਂ ਸਾਰਾ ਅਧਿਕਾਰ ਵੀ ਉਹਨਾਂ ਕੋਲ ਹੋਣਾ ਚਾਹੀਦਾ ਹੈ। ਅਧਿਕਾਰੀਆਂ ਦੀਆਂ ਤਬਾਦਲਿਆਂ ਦਾ, ਉਹਨਾਂ ਦੀ ਤਾਇਨਾਤੀ ਦਾ, ਕਿਹੜੇ ਅਫਸਰ ਨੂੰ ਕਿੱਥੇ ਲਾਉਣਾ ਹੈ, ਸਾਰੀਆਂ ਗੱਲਾਂ ਦਾ। ਪਰ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਸੀ ਉਹਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਇਲਜ਼ਾਮ ਲੱਗਿਆ ਭਾਜਪਾ ਦੇ ਉੱਤੇ। ਹਾਲਾਂਕਿ ਇਸ ਮਸਲੇ ਦੇ ਵਿੱਚ ਭਾਜਪਾ ਇਹ ਕਹਿ ਰਹੀ ਹੈ ਕਿ ਜੋ ਕੁਝ ਵੀ ਕੀਤਾ ਗਿਆ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਕੀਤਾ ਗਿਆ। ਇਸ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਲਿਖਦੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਜਿੱਥੇ ਹੀ ਇਹ ਗੈਰ ਸੰਵਿਧਾਨਿਕ ਹੈ ਜਿਹੜਾ ਧੱਕਾ ਹੋਇਆ, ਇਹ ਸਰਾਸਰ ਗਲਤ ਹੈ, ਕੇਂਦਰ ਸਰਕਾਰ ਤੇ ਵੀ ਸਵਾਲ ਖੜੇ ਕੀਤੇ। ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਵਿਰੋਧੀ ਧਿਰ ਨੂੰ ਸੱਦਾ ਦੇ ਰਹੇ ਨੇ ਕਿ ਉਹਨਾਂ ਦਾ ਸਾਥ ਦੇਣ, ਉਹਨਾਂ ਨੂੰ ਆਪਣੀ ਚੁੱਪ ਦੀ ਵਿਆਖਿਆ ਵੀ ਕਰਨੀ ਚਾਹੀਦੀ ਹੈ, ਆਪਣੀ ਚੁੱਪੀ ਵੀ ਤੋੜਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕੇਂਦਰ ਵੱਲੋਂ ਪਹਿਲਾਂ ਬਹੁਤ ਸਾਰੇ ਅਜਿਹੇ ਫੈਡਰਲ ਢਾਂਚੇ ਦੇ ਵਿਰੁੱਧ ਫੈਸਲੇ ਲਏ ਗਏ, ਉਸ ਖਿਲਾਫ ਕਿਉਂ ਨਹੀਂ ਉਹ ਬੋਲੇ। ਇੱਥੇ ਉਹ ਵੀ ਉਹਨਾਂ ਨੇ ਕਿਹਾ ਦੱਸਣਾ ਬਣਦਾ ਹੈ ਕਿ ਜਦੋਂ ਪੰਜਾਬ ਵਿੱਚ BSF ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤਾ ਗਿਆ ਸੀ ਤੇ ਉਦੋਂ ਆਮ ਆਦਮੀ ਪਾਰਟੀ ਚੁੱਪ ਕਿਉਂ ਸੀ, ਉਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੁੱਪ ਕਿਉਂ ਸੀ। ਜਦੋਂ ਡੈਮਾਂ ਦਾ ਸਾਰਾ ਕੰਟਰੋਲ ਹੈ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ, ਉਦੋਂ ਆਮ ਆਦਮੀ ਪਾਰਟੀ ਕਿੱਥੇ ਸੀ। BBMB ਦੇ ਮੈਂਬਰਾਂ ਦੀ ਨਿਯੁਕਤੀ ਵਿੱਚ ਰਾਜ ਦੇ ਅਧਿਕਾਰਾਂ ਦੀ ਅਣਦੇਖੀ ਕੀਤੀ ਗਈ, ਉਸ ਵੇਲੇ ਆਮ ਆਦਮੀ ਪਾਰਟੀ ਚੁੱਪ ਕਿਉਂ ਸੀ। ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਮਾਮੂਲੀ ਦੱਸਿਆ ਗਿਆ, ਉਦੋਂ ਚੁੱਪੀ ਕਿਉਂ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ CBSE ਦਾ ਵਿਸ਼ਾ ਜੋ ਕੇਂਦਰ ਨੇ ਆਪਣੀਆਂ ਸੰਸਥਾਵਾਂ ਬਣਾ ਕੇ ਅਮਨ ਕਾਨੂੰਨ ਦੀ ਸਾਂਭ ਸੰਭਾਲ ਵਿੱਚ ਦਖਲਅੰਦਾਜ਼ੀ ਕੀਤੀ ਹੈ, ਤਾਂ ਇਹਨਾਂ ਸਾਰੇ ਮੁੱਦਿਆਂ ਤੇ ਉਸ ਦੀ ਪਾਰਟੀ ਕੇਂਦਰ ਦੇ ਨਾਲ ਸੀ। ਇਸ ਤੋਂ ਇਲਾਵਾ ਉਸ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਸੰਵਿਧਾਨ ਦੀ ਕਿਹੜੀ ਧਾਰਾ ਉਸ ਨੂੰ ਪੰਜਾਬ ਦੀ ਸੂਬਾ ਸਰਕਾਰ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਦਿੰਦੀ ਹੈ। ਇੱਕ ਤਰ੍ਹਾਂ ਦੇ ਨਾਲ ਜਿੱਥੇ ਸਾਥ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉੱਥੇ ਹੀ ਸਵਾਲ ਵੀ ਖੜੇ ਕਰ ਦਿੱਤੇ ਨੇ ਕਿ ਅਰਵਿੰਦ ਕੇਜਰੀਵਾਲ ਵੀ ਕਿਹੜੀ ਧਾਰਾ ਦੇ ਤਹਿਤ ਪੰਜਾਬ ਦੇ ਉੱਤੇ ਕੰਟਰੋਲ ਕਰ ਰਹੇ ਨੇ। ਇਸ ਮਸਲੇ ਦੇ ਵਿੱਚ ਹੁਣ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ ਔਰ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਵੀ ਮਿਲ ਰਿਹਾ ਕਿ ਵਾਕਈ ਇਹ ਸਰਾਸਰ ਕੇਂਦਰ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਔਰ ਦਿੱਲੀ ਸਰਕਾਰ ਦੇ ਕੋਲ ਜਿਹੜੇ ਹੱਕ ਹੋਣੇ ਚਾਹੀਦੇ ਨੇ, ਸੁਪਰੀਮ ਕੋਰਟ ਨੇ ਜਦੋਂ ਕਹਿ ਦਿੱਤਾ ਤਾਂ ਫਿਰ ਉਹ ਹੱਕ ਖੋਏ ਕਿਉਂ ਜਾ ਰਹੇ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਣੀ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਸ ਦੇ ਉੱਤੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਸੰਕਟ ਹੋਰ ਗਹਿਰਾ ਹੋ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਇਆਂ, ਪੰਜਾਬੀਆਂ ਨੂੰ ਅਪੀਲ ਕਰਦੇ ਹੋਇਆਂ ਕੀ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ। ਰਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਵੱਲ ਮੁੜ ਕਿਸਾਨੀ ਨੂੰ ਮੁੜਨਾ ਚਾਹੀਦਾ ਹੈ। ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਉਹਨਾਂ ਨੇ ਵੀ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਵਰਤਣ ਵਾਲੇ ਪਾਣੀ ਨੂੰ ਲੈ ਕੇ ਟੂਟੀਆਂ ਦੀ ਲੀਕੇਜ ਨੂੰ ਵੀ ਦਰੁਸਤ ਕਰਨ, ਠੀਕ ਕਰਵਾਉਣ, ਇਸ ਦੇ ਨਾਲ ਵੀ ਕਾਫੀ ਪਾਣੀ ਦੀ ਬਚਤ ਹੋ ਸਕਦੀ ਹੈ। ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਇਹ ਵੀ ਕਹਿੰਦੇ ਨੇ ਕਿ ਧਰਤੀ ਹੇਠਲੇ ਪਾਣੀ ਨੂੰ ਦੀ ਦੁਰਵਰਤੋਂ ਨੂੰ ਬਚਾਉਣ ਦੇ ਲਈ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ। ਸੂਬੇ ਦੇ 150 ਬਲਾਕਾਂ ਵਿੱਚੋਂ 78% ਤੋਂ ਵੱਧ ਜ਼ਮੀਨੀ ਪਾਣੀ ਦੇ ਹੇਠਾਂ ਜਾਣ ਕਾਰਨ ਡਾਰਕ ਜ਼ੋਨ ਵਿੱਚ ਐਲਾਨ ਦਿੱਤੇ ਗਏ ਨੇ। ਤੇਜ਼ੀ ਨਾਲ ਡਿੱਗ ਰਹੇ ਧਰਤੀ ਦੇ ਪਾਣੀ ਦੇ ਹੇਠਲੇ ਪੱਧਰ ਨੂੰ ਲੈ ਕੇ ਚਿੰਤਾ ਜਿਹੜੀ ਹੋਣੀ ਚਾਹੀਦੀ ਹੈ, ਇਸ ਨੂੰ ਬਚਾਉਣ ਦੇ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ। ਹਾਲਾਂਕਿ ਇਸ ਮਸਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਜਾਂ ਇਸ ਤੋਂ ਪਹਿਲਾਂ ਪਾਣੀ ਬਚਾਓ ਮੋਰਚੇ ਵੀ ਲੱਗਦੇ ਰਹੇ ਨੇ। ਉਹਨਾਂ ਵੱਲੋਂ ਇੱਕ ਗੱਲ ਇਹ ਕਹੀ ਜਾਂਦੀ ਰਹੀ ਹੈ
ਕਿ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਜੇਕਰ ਫਸਲੀ ਚੱਕਰ ਆ ਜਿਹੜਾ ਉਸ ਤੋਂ ਛੁਟਕਾਰਾ ਪਵਾਉਣਾ ਹੈ, ਝੋਨੇ ਦੀ ਫਸਲ ਖਾਸ ਕਰਕੇ, ਤਾਂ ਫਿਰ ਸਾਨੂੰ ਹੋਰਨਾਂ ਫਸਲਾਂ ਦੇ ਉੱਤੇ MSP ਵੀ ਦਿੱਤਾ ਜਾਵੇ, ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਦਿੱਤਾ ਜਾਵੇ, ਤਾਂ ਕਿ ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੀ ਨਾ ਹੋਵੇ ਕਿ ਅਸੀਂ ਸਿਰਫ ਝੋਨੇ ਦੀ ਫਸਲ ਹੀ ਉਗਾਉਣੀ ਹੈ, ਉਸ ਦੀ ਬਿਜਾਈ ਜਾਂ ਲਵਾਈ ਕਰਾਉਣੀ ਹੈ। ਇਸ ਤੋਂ ਇਲਾਵਾ ਵੀ ਕਈ ਫਸਲਾਂ ਬੀਜੀਆਂ ਜਾ ਸਕਦੀਆਂ ਨੇ ਪੰਜਾਬ ਦੇ ਅੰਦਰ। ਪੰਜਾਬ ਦੀ ਮਿੱਟੀ ਜ਼ਰਖੇਜ਼ ਹੈ। ਪਰ ਇੱਥੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਫਸਲੀ ਚੱਕਰ ਹੈ ਉਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਫਸਲੀ ਵਿਭਿੰਨਤਾ ਵਾਲੇ ਪਾਸੇ ਆਉਣਾ ਚਾਹੀਦਾ ਹੈ। ਔਰ DSR ਦੀ ਵੀ ਉਹਨਾਂ ਨੇ ਗੱਲ ਆਖੀ ਹੈ ਕਿ ਸਿੱਧੀ ਬਿਜਾਈ ਝੋਨੇ ਦੀ ਕਰਨੀ ਚਾਹੀਦੀ ਹੈ। ਔਰ ਇਸੇ ਕਰਕੇ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਆ ਜਿਹੜਾ ਉਹ ਐਲਾਨ ਕੀਤਾ ਕਿ ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ ਇਹ ਪੈਸੇ ਜਿਹੜੇ ਸਹਾਇਤਾ ਰਾਸ਼ੀ ਹੈ, ਜਿਹੜੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਦਾ ਪਾਣੀ 2039 ਤੱਕ ਖਤਰਨਾਕ ਪੱਧਰ ਤੱਕ ਹੇਠਾਂ ਜਾ ਸਕਦਾ ਹੈ। ਇਸ ਬਾਰੇ ਵੀ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਗੱਲ ਆਖੀ ਹੈ ਕਿ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਜ਼ਮੀਨੀ ਪਾਣੀ ਦੀ ਵਰਤੋਂ ਅਤੀ ਜ਼ਰੂਰਤਮੰਦ ਹਾਲਤਾਂ ਵਿੱਚ ਹੀ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿੰਮੇਵਾਰ ਨਾਗਰਿਕ ਹੋਣ ਸਦਕਾ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਇਹ ਬਿਆਨ ਦਿੱਤਾ ਹੈ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾ ਨੇ। ਔਰ ਇਹ ਬਿਆਨ ਇਸੇ ਸੰਦਰਭ ਵਿੱਚ ਹੀ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਖਾਸ ਕਰਕੇ 2039 ਦੇ ਵਿੱਚ ਕਾਫੀ ਹੇਠਲਾ ਪੱਧਰ ਹੈ ਪਾਣੀ ਦਾ, ਹੋਰ ਹੇਠਾਂ ਡਿੱਗ ਜਾਵੇਗਾ। ਇਸੇ ਕਰਕੇ ਸਾਨੂੰ ਸਾਰਿਆਂ ਨੂੰ ਪਾਣੀ ਬਚਾਉਣ ਦੀ ਬੇਹੱਦ ਜ਼ਰੂਰਤ ਹੈ। ਔਰ ਦੂਜੇ ਪਾਸੇ ਬਠਿੰਡਾ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਦੇਖਣ ਨੂੰ ਮਿਲਿਆ। ਆਊਟਸੋਰਸ ਨੇ ਜਿਹੜੇ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ, ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਰੋਸ ਪ੍ਰਦਰਸ਼ਨ ਕਰਦੇ ਨੇ। ਵੱਖ-ਵੱਖ ਮਹਿਕਮਿਆਂ ਦੇ ਕਰਮਚਾਰੀ ਬਠਿੰਡੇ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਠਿੰਡਾ ਦੌਰੇ ਤੇ ਸਨ। ਉਸੇ ਵੇਲੇ ਹੀ ਜਦੋਂ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਤਾਂ ਬਹੁਤ ਸਾਰੀਆਂ ਗੱਲਾਂ ਜਿਹੀਆਂ ਸਾਹਮਣੇ ਆਈਆਂ। ਆਊਟਸੋਰਸ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਨੇ, ਉਹਨਾਂ ਦਾ ਇੱਕ ਰੋਸ ਸੀ ਕਿ ਜਿਹੜੀ ਨਵੀਂ ਪਾਲਿਸੀ ਬਣਾਈ ਗਈ ਹੈ ਸਰਕਾਰ ਵੱਲੋਂ ਉਸ ਦੇ ਵਿੱਚ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੈ। ਸਾਡੀਆਂ ਮੰਗਾਂ ਕਿੱਥੇ ਨੇ? ਸਾਡੀਆਂ ਹੱਕੀ ਮੰਗਾਂ ਨੂੰ ਕਦੋਂ ਪੂਰਾ ਕੀਤਾ ਜਾਵੇਗਾ? ਇਸ ਮਸਲੇ ਦੇ ਵਿੱਚ ਪੁਲਿਸ ਤੇ ਕਰਮਚਾਰੀ ਆਮੋ ਸਾਹਮਣੇ ਵੀ ਹੋ ਗਏ ਔਰ ਪੁਲਿਸ ਨੇ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਪ੍ਰਦਰਸ਼ਨਕਾਰੀਆਂ ਨੂੰ ਧੁੱਪ ਵਿੱਚ ਕਈ ਸਮਾਂ ਬਿਠਾਈ ਰੱਖਿਆ ਤੇ ਉਸ ਤੋਂ ਬਾਅਦ ਥਾਣੇ ਵੀ ਲੈ ਗਏ ਔਰ ਥੋੜੇ ਸਮੇਂ ਬਾਅਦ ਕੁਝ ਕਰਮਚਾਰੀਆਂ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ। ਇਸ ਮਸਲੇ ਦੇ ਵਿੱਚ ਤਿੱਖੀ ਚੇਤਾਵਨੀ ਦਿੰਦਿਆਂ ਹੋਇਆਂ ਆਊਟਸੋਰਸ ਮੁਲਾਜ਼ਮਾਂ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਤੋਂ ਆਏ ਸਨ ਉੱਥੇ ਪ੍ਰਦਰਸ਼ਨ ਕਰਨ ਦੇ ਲਈ, ਉਹਨਾਂ ਨੇ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਨੂੰ ਕਦੋਂ ਪੂਰਾ ਕੀਤਾ ਜਾਵੇਗਾ। ਪੁਰਾਣੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਾਂਗ ਇਹ ਸਰਕਾਰ ਵੀ ਸਾਡੀਆਂ ਮੰਗਾਂ ਨੂੰ ਲੈ ਕੇ ਅਣਦੇਖੀ ਕਰ ਰਹੀ ਹੈ, ਕੋਈ ਪਾਲਿਸੀ ਬਣਾਉਣ ਨੂੰ ਤਿਆਰ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਅਸੀਂ ਕਾਲੀਆਂ ਝੰਡੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਔਰ ਸਰਕਾਰ ਦਾ, ਕੈਬਨਿਟ ਮੰਤਰੀਆਂ ਦਾ ਵਿਰੋਧ ਵੀ ਕਰਾਂਗੇ। ਇਹ ਸਾਰੀਆਂ ਗੱਲਾਂ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲੀਆਂ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਕਈ ਵਾਰ ਦੇ ਚੁੱਕੇ ਆ। ਇਹ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਕਿਹਾ। ਇਸ ਮਸਲੇ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਪੁਰਾਣੀ ਸਰਕਾਰਾਂ ਦੀ ਤਰ੍ਹਾਂ ਹੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਇਹ ਮੁਲਾਜ਼ਮ। ਇਸ ਮਸਲੇ 'ਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸੰਦੀਪ ਖਾਨ, ਜਸਵੀਰ ਸਿੰਘ ਜੱਸੀ, ਜਗਸੀਰ ਸਿੰਘ, ਖੁਸ਼ਦੀਪ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪਹਿਲੀਆਂ ਸਰਕਾਰਾਂ ਦੇ ਵਾਂਗੂ ਹੀ ਠੇਕਾ ਮੁਲਾਜ਼ਮਾਂ ਦੇ ਨਾਲ ਬੇਈਮਾਨੀ ਕਰ ਰਹੀਆਂ ਨੇ, ਬੇਇਨਸਾਫੀ ਕਰ ਰਹੀਆਂ ਨੇ। ਇਸ ਮਸਲੇ ਦੇ ਵਿੱਚ ਉਹਨਾਂ ਨੂੰ ਮੰਗ ਦੇ ਵਿੱਚ ਜਿਹੜੀ ਮੰਗੀਆਂ ਜਾਣੀਆਂ ਚਾਹੀਦੀਆਂ ਨੇ ਤੇ 20 ਸਾਲ ਤੋਂ ਲਗਾਤਾਰ ਅਸੀਂ ਛੋਟੀ ਜੀ ਨਿਗੂਣੀ ਜੀ ਤਨਖਾਹਾਂ ਦੇ ਉੱਤੇ ਹੀ ਕੰਮ ਕਰ ਰਹੇ ਹਾਂ, ਚਾਹੇ ਉਹ PW ਮਹਿਕਮਾ ਹੋਵੇ, ਚਾਹੇ ਕੈਟਲ ਫੀਲਡ ਪਲਾਂਟ ਹੋਵੇ, ਵੇਰਕਾ ਮਿਲਕ ਪਲਾਂਟ ਹੋਵੇ, ਸਪਲਾਈ ਤੇ ਸੀਵਰੇਜ ਮਹਿਕਮੇ ਦੀ ਗੱਲ ਹੋਵੇ, ਠੇਕੇਦਾਰਾਂ ਦੀਆਂ ਕੰਪਨੀਆਂ ਦੀ ਗੱਲ ਹੋਵੇ, ਸੁਸਾਇਟੀਆਂ ਹੋਣ, ਵੱਖ-ਵੱਖ ਮਹਿਕਮਿਆਂ ਦੇ ਵਿੱਚ 20 ਸਾਲਾਂ ਤੋਂ ਆਊਟਸੋਰਸ ਮੁਲਾਜ਼ਮਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ। ਇਸ ਮਸਲੇ ਦੇ ਵਿੱਚ ਹਾਲਾਂਕਿ ਹੁਣ ਤੱਕ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਭਰੋਸੇ ਹੀ ਦਿਵਾਏ ਗਏ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕਿ ਉਹਨਾਂ ਦੀਆਂ ਮੰਗਾਂ ਨੂੰ ਛੇਤੀ ਹੀ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਇਆ ਜਾਵੇਗਾ ਔਰ ਇਸ ਦਾ ਹੱਲ ਵੀ ਕੱਢਿਆ ਜਾਵੇਗਾ। ਇਹ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਪਰਲ ਕੰਪਨੀ ਨੂੰ ਲੈ ਕੇ ਜਿਹੜੇ ਇੱਕ ਬਹੁ ਕਰੋੜੀ ਘੁਟਾਲੇ ਦੀ ਜਾਂਚ ਵਿਜੀਲੈਂਸ ਨੂੰ ਮੁੜ ਸੌਂਪ ਦਿੱਤੀ ਹੈ। ਇਸ ਮਸਲੇ ਦੇ ਵਿੱਚ ਹੁਣ ਕੀ ਨਿਕਲਦਾ ਹੈ, ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਇੱਕ ਅਧਿਕਾਰਤ ਤੌਰ ਦੇ ਉੱਤੇ ਲੈਟਰ ਪੱਤਰ ਕੱਢਿਆ ਗਿਆ ਜਿਸ ਦੇ ਵਿੱਚ ਵਿਜੀਲੈਂਸ ਨੂੰ ਇਹ ਜਾਂਚ ਸੌਂਪਣ ਦੀ ਗੱਲ ਆਖੀ ਗਈ ਹੈ। ਪਰਲ ਗਰੁੱਪ ਦੇ ਵਿੱਚ ਧੋਖਾਧੜੀ ਮਾਮਲੇ ਨੂੰ ਲੈ ਕੇ ਕਾਫੀ ਕੁਝ ਤਫਤੀਸ਼ ਕਰਨ ਵਾਲਾ ਹਾਲੇ ਬਾਕੀ ਹੈ। ਇਸ ਮਸਲੇ ਦੇ ਵਿੱਚ ਇੱਕ ਚਿੱਠੀ ਕੱਢੀ ਗਈ ਹੈ ਜਿਸ ਦੇ ਵਿੱਚ ਜਾਂਚ ਕਰਨ ਲਈ ਕਿਹਾ ਗਿਆ। ਬਹੁਤ ਸਾਰੇ ਲੋਕਾਂ ਦੇ ਨਾਲ ਲੋਕ ਠੱਗੀ ਦਾ ਸ਼ਿਕਾਰ ਹੋਏ ਸਨ, ਧੋਖਾਧੜੀ ਹੋਈ ਸੀ, ਜਿਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਇਹ ਕਰ ਲਿਆ ਕਿ ਇਸ ਮਸਲੇ ਵਿੱਚ ਜਿਸ ਨੇ ਵੀ ਇਸ ਮਸਲੇ ਦੇ ਵਿੱਚ ਧੋਖਾਧੜੀ ਲੋਕਾਂ ਦੇ ਨਾਲ ਕੀਤੀ, ਬਹੁ ਕਰੋੜੀ ਘੁਟਾਲਾ ਕੀਤਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਗੱਲ ਨੂੰ ਲੈ ਕੇ ਪੂਰੀ ਤਿਆਰੀ ਖਿੱਚ ਲਈ ਗਈ ਹੈ ਔਰ ਇਸ ਮਸਲੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਸ ਮਸਲੇ 'ਚ ਵਿਜੀਲੈਂਸ ਨੂੰ ਕਹਿ ਦਿੱਤਾ ਗਿਆ ਕਿ ਸਮੇਂ ਬਾਅਦ ਦੇ ਵਿੱਚ ਜਿੰਨਾ ਛੇਤੀ ਹੋ ਸਕਦਾ ਇਸ ਮਸਲੇ ਦੀ ਜਾਂਚ ਕੀਤੀ ਜਾਵੇ ਔਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ।
एक खबर जुड़ी है कैबिनेट मंत्री बलजीत कौर दे नाल। पिछले दिन विच भी तुहाडे नाल जानकारी सांझी कीती सी कि आंगनवाड़ी वर्करां ने अपणीਆਂ ਮੰਗਾਂ ਨੂੰ ਲੈ ਕੇ कैबिनेट मंत्री बलजीत कौर दे नाल मीटिंग कीती, जिस विच उन्हां ने दस्सिया कि असीं ਜ਼ਮੀਨੀ पੱਧਰ ते साडे कोल की ਜ਼ਿੰਮੇਵਾਰੀਆਂ ने और सानूं कित्थे-कित्थे किहड़े साधनां सहूलतां दी लोड़ है, साडे माण भत्ते भी ਵਧਾਏ जाण। इस मसले दे विच एक मीटिंग पहलां भी हो चुकी है, अज भी मीटिंग होई और इस मसले दे विच एक गल होर अनोखी देखण नूं इह मिली कि पहलां धरने दी गल होई, फिर मीटिंग की गई तो फिर अखां का चैकअप भी कैबिनेट मंत्री डॉक्टर बलजीत कौर वालों किया गया। डॉक्टर बलजीत कौर ने आंगनवाड़ी यूनियन की प्रधान हरगोबिंद कौर दीआं अखां का चैकअप किया। डॉक्टर ते मरीज का रिश्ता हमेशा ही कायम रहिंदा है, इस गल का जिक्र कैबिनेट मंत्री डॉक्टर बलजीत कौर ने भी किया। ਇਹ ਦੱਸਿਆ ਗਿਆ कि डॉक्टर बलजीत कौर ने अपने रजेविਆਂ ਭਰੇ ਸ਼ਡਿਊਲ ਦੇ ਵਿੱਚੋਂ ਵੀ ਉਹਨਾਂ ਨੂੰ ਮਾਨਵਤਾ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਉਹ ਕਿਤੇ ਵੀ ਮੌਕਾ ਨਹੀਂ ਗਵਾਉਂਦੇ और चाहे वो कोई भी होण। डॉक्टर बलजीत कौर ने अपनी पुरानी मरीज आंगनवाड़ी यूनियन की सूबा प्रधान हरगोबिंद कौर दी अखां का चैकअप किया। हालांकि उस तो पहला मीटिंग भी हुई जिस दे विच ये चर्चा हुई कि जिन्नियां भी मंगां ने आंगनवाड़ी वर्करां दीआं उन्हां सारियां दे उत्ते गौर कीती जावे ते जल्द ही इस नूं हल कीता जावे। इस तो पहलां भी डॉक्टर बलजीत कौर इस यूनियन नूं भरोसा दवा चुके ने कि उन्हां दीआं जिन्नियां मंगां रहिंदियां ने सारियां पूरीआं कीतीआं जाणगीआं और मीटिंग दौरान ये सारियां गल्लां हुंदियां रहियां ते नाल ही एक दिलचस्प तस्वीर सामने आई कि डॉक्टर बलजीत कौर ने सारियां मीटिंगां दे विच चर्चा करन तो बाद यूनियन के प्रधान हरगोबिंद कौर दे अखां का चैकअप भी किया। अगली खबर धोखाधड़ी मसले दे नाल ही जुड़ी है, जिस दे विच एक ठेकेदार जिसका संबंध चंडीगढ़ दे नाल है पर उसका एक मामला जिहड़ा दर्ज उस दे खिलाफ होया वो अबोहर दे विच होया। जलालाबाद के एक व्यक्ति के वल्लों शिकायत दर्ज करवाई गई सी, जिस तो बाद ये FIR दर्ज की गई है। 5 करोड़ का ड्रेन का काम करा के देण दे मसले विच रकम दित्ती गई सी पर पैसे मंगण तो बाद अपशब्द बोले गए। पंजाब दे विच दा अबोहर इलाका जिहड़ा चंडीगढ़ के ठेकेदार दे वल्लों एक SC ST एक्ट के तहत जिहड़ा परचा दर्ज किया गया। ठेकेदार ने जलालाबाद के एक व्यक्ति तो 5 करोड़ रुपए ड्रेन का काम करवाउण दे लई ठेके ते दित्ता सी, जिस दी डाउन पेमेंट 32 लाख रुपए की गई। काम पूरा होने तो बाद ठेकेदार ने पूरी रकम नहीं दित्ती। पीड़ित ने जदों उस दे लई अपनी रकम मंगी तो उसनूं अपशब्द बोले गए, अपशब्द कहे गए तो पीड़ित ने शिकायत दर्ज करवा दी, जिस तो बाद उसने कहा कि इस दे उत्ते जांच होनी चाहिए है और इस मसले 'च परचा भी दर्ज होना चाहिए है। तो जांच करने वाले DSP अबोहर सुखविंदर सिंह ने इस मसले की जांच भी कर रहे हैं तो परचा भी जिहड़ा वो दर्ज कर दिता गया। पुलिस ने शिकायत के आधार के उत्ते ही ये जिहड़ा परचा दर्ज किया। जलालाबाद के पिंड टिवाणा कलां के रहने वाले निवासी बलविंदर सिंह पुत्र जगीर सिंह ने चंडीगढ़ निवासी गुरविंदर सिंह ठेकेदार ते अपने ही पार्टनर मनमोहन सिंह के खिलाफ दे नाल मिल के जिहड़ा 2014-15 दे विच अबोहर ड्रेन का काम ठेके दे उत्ते दित्ता सी। तां उस दे विच एक रकम तय हुई सी 5 करोड़ रुपए की, डाउन पेमेंट 32 लाख रुपए के तकरीबन की भी गई सी पर रहिंदे पैसे जो मंगे गए तो अपशब्द बोले गए ठेकेदार वालों। इल्जाम लाया गया जिस करके SC ST एक्ट के तहत उस दे उत्ते परचा दर्ज कर दिता गया। ABC बुलेटिन दीआं अज दीआं मुख खबरां दे विच सिलसिला खबरां दा इत्थे ही खत्म हुंदा है। तुसीं बने रहो लगातार ABC पंजाब दे नाल।